ਗੁਰੂ ਘਰ ਦੇ ਵਜ਼ੀਰ ਨੂੰ ਇੱਕ ਨੌਕਰ ਦੀ ਤਰ੍ਹਾਂ ਹਰੇਕ ਥਾਂ ਤੇ ਰੱਖਿਆ ਜਾਂਦਾ। ਜਿਹੜੀਆਂ ਤਨਖਾਹਾਂ ਉਹ ਸੀਮਤ ਕਰਕੇ ਰੱਖੀਆਂ ਹੋਈਆਂ ਨੇ ਜਾਂ ਉਹਨਾਂ ਦੇ ਪੜ੍ਹਾਈ ਦੇ ਖਰਚੇ ਨੇ ਜਿਹੜੇ ਉਹ ਵੀ ਕੋਈ ਨਹੀਂ ਚੱਕ ਰਿਹਾ। ਸਿੱਖਾਂ ਦੀ ਇੱਕ ਬੜੀ ਵੱਡੀ ਤਰਾਸਦੀ ਹੈ ਵੀ ਅਸੀਂ ਸਮੱਸਿਆ ਜਦੋਂ ਸਾਡੇ ਸਿਰ ਤੇ ਆ ਜਾਂਦੀ ਹੈ ਨਾ ਉਦੋਂ ਉਹਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। 2-2.5 ਕਰੋੜ ਰੁਪਇਆ ਅਸੀਂ ਇਮਾਰਤਾਂ ਤੇ ਤਾਂ ਲਗਾ ਦਿੰਦੇ ਹਾਂ। ਜਦੋਂ ਸਾਨੂੰ ਅਸੀਂ ਗੁਰੂ ਘਰ ਦੇ ਵਜ਼ੀਰ ਦੀ ਅਪਾਇੰਟਮੈਂਟ ਕਰਨੀ ਹੁੰਦੀ ਹੈ ਉਸ ਪਰਟੀਕੂਲਰ ਗੁਰਦੁਆਰਾ ਸਾਹਿਬ ਦੇ ਲਈ, ਤੇ ਉਦੋਂ ਅਸੀਂ ਨਾ ਬਹੁਤ ਆਪਦਾ ਹੱਥ ਘੁੱਟ ਲੈਂਦੇ ਹਾਂ। ਗੁਰੂ ਘਰ ਦੇ ਵਿੱਚ ਸੇਵਾਦਾਰ ਉਹ ਬਣਨ ਨੂੰ, ਗ੍ਰੰਥੀ ਸਿੰਘ ਉਹ ਬਣਨ ਨੂੰ ਹੈਗਾ ਜੀ ਜਿਹੜਾ ਕਿ ਇਹ ਸੋਚਦਾ ਹੈ ਕਿ ਮੈਂ ਅੱਗੇ ਆਪਣੇ ਬੱਚੇ ਨੂੰ ਇਹ ਨਹੀਂ ਬਣਾਉਣਾ। ਅੱਗੇ ਗ੍ਰੰਥੀ ਸਿੰਘਾਂ ਦੇ ਬੱਚੇ ਗ੍ਰੰਥੀ ਸਿੰਘ ਬਣਨ ਲਈ ਤਿਆਰ ਨਹੀਂ ਹੈਗੇ। ਜਿਹੜੇ ਗ੍ਰੰਥੀ ਸਿੰਘਾਂ ਦੀ ਗੁਰੂ ਘਰ ਦੇ ਵਜ਼ੀਰਾਂ ਦੀ ਜ਼ਿਆਦਾ ਕਦਰ ਨਹੀਂ ਕੀਤੀ ਜਾਂਦੀ ਕਿ ਜਦੋਂ ਉਹ ਮਤਲਬ ਆਪਦੇ ਹੋਰ ਕੰਮਾਂ ਦੇ ਵਿੱਚ ਜਾਂ ਰੁਝੇਵਿਆਂ ਦੇ ਵਿੱਚ ਰੁੱਝ ਜਾਂਦੇ ਨੇ ਉਹਨਾਂ ਡੇਰਾਵਾਦ ਜਿਹੜਾ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਵੀ ਮਤਲਬ ਰਿਸੋਰਸਿਸ ਦੀ ਯੂਟਿਲਾਈਜੇਸ਼ਨ ਕਿਵੇਂ ਕਰਨੀ ਆ ਇਹਦੇ ਬਾਰੇ ਅਸੀਂ ਬਹੁਤਾ ਸੋਚਦੇ ਨਹੀਂ। ਜੇ ਕਿਤੇ ਵਰਤਾਉਣ ਲੱਗ ਪਏ ਤਾਂ ਮਤਲਬ ਅੰਨ੍ਹੇਵਾਹ ਹੀ ਵਰਤਾਉਣਾ। ਤੇ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਸਰਬੱਤ ਦੇ ਭਲੇ ਦੇ ਵਿੱਚ ਸਾਡੇ ਆਪਣੇ ਵੀ ਤਾਂ ਆਉਂਦੇ ਹੀ ਹੈ ਨਾ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਕਿਸੇ ਨਾ ਕਿਸੇ ਟੌਪਿਕ 'ਤੇ ਜਦੋਂ ਵੀ ਕੋਈ ਮੇਨ ਗੱਲ ਹੁੰਦੀ ਹੈ ਤੁਹਾਡੇ ਸਨਮੁਖ ਕਰਦੇ ਹੀ ਰਹਿੰਦੇ ਹਾਂ। ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਕੋਵਿਡ-19 ਦਾ ਜਿਹੜਾ ਵਾਇਰਸ ਫੈਲਿਆ ਹੈ, ਦਹਿਸ਼ਤ ਫੈਲੀ ਹੋਈ ਹੈ। ਇਸੇ ਤਰ੍ਹਾਂ ਇਸੇ ਸੰਬੰਧਿਤ ਅੱਜ ਕੱਲ੍ਹ ਜਿਹੜੀਆਂ ਜ਼ਿਆਦਾਤਰ ਸਮੱਸਿਆਵਾਂ ਆ ਰਹੀਆਂ ਨੇ, ਉਹ ਸਮੱਸਿਆਵਾਂ ਜਿਹੜੀਆਂ ਸਾਹਮਣੇ ਆਈਆਂ, ਸਾਨੂੰ ਫੋਨ ਕਾਲਾਂ ਵੀ ਆਈਆਂ, ਉਹ ਜ਼ਿਆਦਾ ਸਮੱਸਿਆਵਾਂ ਹੈਗੀਆਂ ਗ੍ਰੰਥੀ ਸਿੰਘਾਂ ਦੀਆਂ ਜੋ ਗੁਰਦੁਆਰਿਆਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਜਿਵੇਂ ਵੀ ਆ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਗ੍ਰੰਥੀ ਸਿੰਘਾਂ ਲਈ ਇੱਕ ਅਹਿਮ ਖੁਸ਼ੀ ਦੀ ਗੱਲ ਇਹ ਹੈ ਵੀ ਜੋ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਜਿਹੜਾ ਉਹ ਛੇਤੀ ਨਿਕਲ ਸਕਦਾ ਹੈ। ਸਾਡੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸੇਵਾਦਾਰ ਗੁਰਪ੍ਰੀਤ ਸਿੰਘ ਮੌਜੂਦ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਸੇਵਾਦਾਰ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀਆਂ ਨੇ, ਤਾਂ ਉਹ ਨਜ਼ਦੀਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਆਪਦੀ ਸਮੱਸਿਆਵਾਂ ਦੱਸ ਸਕਦਾ ਤੇ ਉਸ ਦਾ ਜਿਹੜਾ ਹੱਲ ਜਿਹੜੀ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਡੇ ਨਾਲ ਗੁਰਪ੍ਰੀਤ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪ੍ਰੀਤ ਸਿੰਘ ਜੀ, ਜਿਵੇਂ ਸਭ ਤੋਂ ਜ਼ਿਆਦਾ ਅੱਜ ਜੇਕਰ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਜਿਨ੍ਹਾਂ ਨੂੰ ਗੁਰੂ ਘਰ ਦੇ ਵਜ਼ੀਰ ਆਖਿਆ ਜਾਂਦਾ। ਸਾਰੇ ਜੇ ਕਿਸੇ ਨੂੰ ਸਮੱਸਿਆਵਾਂ ਆਉਂਦੀ ਆ ਤੇ ਉਹ ਉਸ ਦੀ ਮੰਗ ਕਰ ਲੈਂਦਾ। ਜਿਵੇਂ ਹੁਣ ਵਾਇਰਸ ਫੈਲਿਆ ਆ, ਕਿਸੇ ਘਰੇ ਲੰਗਰ ਦੀ ਜੇਕਰ ਥੋੜ੍ਹੇ ਕੀ ਰਸਤ ਪਾਣੀ ਨਹੀਂ ਗਾ, ਉਹ ਹੈਲਪਲਾਈਨ ਨੰਬਰ 'ਤੇ ਕਾਲ ਕਰਦਾ ਹੈ ਜਾਂ ਜੋ ਕੋਈ ਵਰਤਾਉਣ ਆਉਂਦੇ ਆ ਉਹਨਾਂ ਨੂੰ ਕਾਲ ਕਰ ਲੈਂਦਾ ਵੀ ਸਾਡੇ ਘਰ ਤੱਕ ਜਿਹੜੇ ਰਾਸ਼ਨ ਪਾਣੀ ਦੀ ਪਹੁੰਚ ਕੀਤੀ ਜਾਵੇ। ਪਰ ਇੱਕ ਮੈਨੂੰ ਲੱਗਦਾ ਵੀ ਗੁਰੂ ਘਰ ਦੇ ਵਜ਼ੀਰ ਹੀ ਨੇ ਜਿਹੜੇ ਜ਼ਿਆਦਾਤਰ ਤਾਂ ਉਹਨਾਂ ਨੇ ਪਹੁੰਚ ਹੋਈ ਨਹੀਂ ਉਹਨਾਂ ਤੋਂ, ਅਤੇ ਬਹੁਤਾਂ ਥਾਵਾਂ 'ਤੇ ਅਜਿਹੀਆਂ ਵੀ ਸਾਡੇ ਖਬਰਾਂ ਧਿਆਨ 'ਚ ਆਈਆਂ ਨੇ ਵਾਇਰਸ ਦੇ ਚੱਲਦਿਆਂ ਜਿਹੜੇ ਉਹ ਕਾਰੋਬਾਰ ਸਨ ਗੁਰਦੁਆਰਿਆਂ ਦੇ ਉਹ ਘਟ ਗਏ ਅਤੇ ਪਿੰਡਾਂ ਵਾਲਿਆਂ ਨੇ ਵਜ਼ੀਰਾਂ ਦੀ ਜਿਹੜੀ ਉਹ ਛੁੱਟੀ ਤੱਕ ਵੀ ਕਰ ਦਿੱਤੀ। ਉਹਨਾਂ ਦੇ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹਨਾਂ ਦਾ ਜਿਹੜਾ ਹੱਲ ਕੱਢਿਆ ਜਾਵੇਗਾ, ਉਹ ਕਿਹੜੇ ਹੱਲ ਨੇ ਸਾਡੇ ਦਰਸ਼ਕਾਂ ਨੂੰ ਅਤੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ। ਸੋ ਜੀ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੀ ਹੈ ਕਿ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਓਟ ਹੈ, ਜਿਵੇਂ ਗੁਰੂ ਸਾਹਿਬਾਨ ਸਾਨੂੰ ਸਮਝਾਉਂਦੇ ਆ ਕਿ ਸੰਗਤ ਦੀ ਅਤੇ ਗੁਰਬਾਣੀ ਅਤੇ ਸੰਗਤ ਦੀ ਓਟ ਹੈ ਸਾਨੂੰ, ਔਰ ਉਸ ਦੇ ਨਾਲ ਅਸੀਂ ਜਿੱਥੇ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਯੂਨਿਟਸ ਹੈਗੀਆਂ ਸਟੇਟ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਕਿਤੇ ਵੀ ਹੈਗੀਆਂ, ਤਾਂ ਜਿੰਨੇ ਗੁਰੂ ਪਿਤਾ ਜੀ ਨੇ ਸਾਨੂੰ ਸਾਧਨ ਬਖਸ਼ੇ ਹੋਏ ਆ ਉਹਦੇ ਮੁਤਾਬਕ ਅਸੀਂ ਜਿਹੜੇ ਵੀ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਸੰਪਰਕ ਅਸੀਂ ਆਪ ਖੁਦ ਉਹਨਾਂ ਨਾਲ ਕਰਕੇ ਜਿੱਥੇ ਜਿੱਥੇ ਜਿਸ ਅਸੀਂ ਏਰੀਏ 'ਚ ਬੈਠੇ ਹਾਂ, ਅਸੀਂ ਨਹੀਂ ਕਹਿ ਰਹੇ ਵੀ ਅਸੀਂ ਸਾਰਾ ਇਹ ਥਾਵਾਂ 'ਤੇ ਸੰਪਰਕ ਕਰ ਪਾ ਰਹੇ ਹਾਂ ਕਿਉਂਕਿ ਇਸ ਪਹੁੰਚ ਵਿਧੀ ਅਤੇ ਉਹਨੇ ਵਲੰਟੀਅਰਸ ਦੀ ਲੋੜ ਹੁੰਦੀ ਹੈ। ਤਾਂ ਜਿੱਥੇ ਜਿੱਥੇ ਸਾਨੂੰ, ਕਿਉਂਕਿ ਅਸੀਂ ਅਖਬਾਰਾਂ 'ਚ ਇਹ ਚੀਜ਼ਾਂ ਦੇਖ ਰਹੇ ਹਾਂ ਅਤੇ ਜਿੱਥੇ ਅਸੀਂ ਹੋਰ ਸੇਵਾਵਾਂ ਕਰ ਰਹੇ ਹਾਂ, ਹੈ ਨਾ, ਮਤਲਬ ਗੁਰੂ ਘਰ ਵੱਲੋਂ ਲੰਗਰ ਦੀ ਸੇਵਾ ਹੋ ਰਹੀ ਹੈ, ਹੋਰ ਅਲੱਗ-ਅਲੱਗ ਤਰੀਕਿਆਂ ਦੀ ਸੇਵਾ ਹੋ ਰਹੀ ਹੈ, ਤਾਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਕਈ ਵਾਰ ਨਾ ਅਸੀਂ ਜਿਹੜੇ ਸਾਡੇ ਕਈ ਵਾਰ ਇਹ ਆਪਣੇ ਇਗਨੋਰ ਹੋ ਜਾਂਦੇ ਆ। ਤਾਂ ਮੈਨੂੰ ਇਹ ਲੱਗਦਾ ਵੀ ਅੱਜ ਉਹਨਾਂ ਨੂੰ ਵੇਖੋ,
ਉਹਨਾਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਵੀ ਪੂਰੀਆਂ ਕਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ। ਕਈ ਥਾਵਾਂ ਤੇ ਵੀਰਾਂ ਭੈਣਾਂ ਨਾਲ ਸੰਪਰਕ ਜਦੋਂ ਹੋਇਆ ਜਾਂ ਉਹਨਾਂ ਨੇ ਸਾਡੇ ਨਾਲ ਕੀਤਾ, ਤਾਂ ਇਸ ਚੀਜ਼ ਨੂੰ ਲੈ ਕੇ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਇੱਕ ਉਪਰਾਲਾ, ਇੱਕ ਮੂਵਮੈਂਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜੇ ਸਾਡੇ ਗੁਰੂ ਘਰ ਦੇ ਵਜ਼ੀਰ, ਵੇਖੋ ਬਹੁਤ ਇੰਪੋਰਟੈਂਟ ਸਾਡਾ ਇੱਕ ਗੁਰਦੁਆਰਾ, ਇੱਕ ਬੜਾ ਇੰਪੋਰਟੈਂਟ ਸਾਡਾ ਇੰਸਟੀਟਿਊਸ਼ਨ ਹੈਗਾ, ਔਰ ਉਹਦੇ ਸਭ ਤੋਂ ਮੇਨ ਟੌਪ ਚੇਅਰ ਜਿਹੜੀ ਹੈਗੀ ਆ ਉਹ ਗ੍ਰੰਥੀ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਨੇ। ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਊਗੀ ਤਾਂ ਇਹ ਸਾਨੂੰ ਸਾਰੀ ਕੌਮ ਨੂੰ ਸਾਨੂੰ ਸੋਚਣ ਦੀ ਲੋੜ ਹੈਗੀ ਹੈ ਜੀ। ਜਿਵੇਂ ਗੁਰੂ ਘਰ ਦੇ ਵਜ਼ੀਰ ਦੀ ਗੱਲ ਕੀਤੀ ਆਪਾਂ, ਉਹਨਾਂ ਨੂੰ ਸਮੱਸਿਆਵਾਂ ਬਹੁਤ ਜ਼ਿਆਦਾ ਆ ਰਹੀਆਂ। ਪਿੰਡਾਂ ਦੇ ਵਿੱਚ ਜਿਹੜਾ ਵਿਹਾਰ ਹੁੰਦਾ ਹੈ ਉਹ ਉੱਚ ਪਦਵੀ ਦਾ ਦੇਣਾ ਬਣਦਾ। ਜਿੱਥੇ ਪਿੰਡ ਦੇ ਮੋਹਤਬਰਾਂ ਬੰਦਿਆਂ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਸੇਵਾ ਕਰਨ ਵਾਲਾ ਤਾਂ ਉਹ ਕਿਤੇ ਉੱਚਾ ਹੁੰਦਾ, ਉੱਚ ਪਦਵੀ ਜਿਹੜੀ ਉਹ ਸਰਪੰਚ ਨਾਲ ਵੀ ਕਿਤੇ ਜ਼ਿਆਦਾ ਵੱਧ ਸਤਿਕਾਰ ਦੇਣਾ ਬਣਦਾ। ਪਰ ਜਿਹੜਾ ਗੁਰੂ ਘਰ ਦੇ ਵਜ਼ੀਰ ਨੂੰ ਇੱਕ ਨੌਕਰ ਦੀ ਤਰ੍ਹਾਂ ਹਰੇਕ ਥਾਂ 'ਤੇ ਰੱਖਿਆ ਜਾਂਦਾ। ਜਿਹੜੀਆਂ ਤਨਖਾਹਾਂ ਉਹ ਸੀਮਿਤ ਕਰਕੇ ਰੱਖੀਆਂ ਹੋਈਆਂ ਨੇ, ਜਾਂ ਉਹਨਾਂ ਦੇ ਪੜ੍ਹਾਈ ਦੇ ਖਰਚੇ ਨੇ ਜਿਹੜੇ ਉਹ ਵੀ ਕੋਈ ਨਹੀਂ ਚੱਕ ਰਿਹਾ। ਪਰ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਸਮੱਸਿਆਵਾਂ ਰਹੀਆਂ, ਉਹ ਅਜਿਹੇ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈਗੀ ਹੈ? ਦੇਖੋ, ਸਾਨੂੰ ਸਾਰਿਆਂ ਨੂੰ ਉਦਮਸ਼ੀਲ ਹੋਣਾ ਚਾਹੀਦਾ। ਬਸ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਉਦਮਸ਼ੀਲ ਹੋਣਾ ਚਾਹੀਦਾ ਕਿ ਬਾਕੀ ਜਿਹੜੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰਬੰਧਕ ਸੱਜਣ ਨੇ, ਜਿਹੜੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰ ਨੇ, ਤੇ ਉਹਨਾਂ ਨੂੰ ਨਾ ਆਪਾਂ ਹੁਣ ਕਈ ਵਾਰ ਅਸੀਂ ਪਿੰਡਾਂ ਸ਼ਹਿਰਾਂ 'ਚ ਜੋ ਸਲਾਈਡ ਸ਼ੋਅ ਜਾਂ ਸ਼ਬਦ ਗੁਰੂ ਸਮਾਗਮ ਕਰਨ ਜਾਂਦੇ ਹਾਂ, ਉੱਥੇ ਸਾਨੂੰ ਇਹ ਨਜ਼ਰ ਆਉਂਦਾ ਇਹ ਚੀਜ਼ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਨਾ, ਜਿੱਥੇ ਵੇਖੋ ਗੁਰੂ ਘਰਾਂ ਦੀਆਂ ਬਿਲਡਿੰਗਸ ਬਹੁਤ ਸੋਹਣੀਆਂ ਹੋਣੀਆਂ ਚਾਹੀਦੀਆਂ। ਆਪਾਂ ਇਹਨੂੰ ਬਹੁਤ ਕਿਉਂਕਿ ਜਿੰਨਾ ਪ੍ਰਬੰਧ ਵਧੀਆ ਹੋਵੇ ਚੰਗੀ ਗੱਲ ਆ, ਸੋਹਣਾ ਹੋਣਾ ਚਾਹੀਦਾ, ਇਮਾਰਤ ਸੋਹਣੀ ਹੋਣੀ ਚਾਹੀਦੀ ਹੈ, ਹਰ ਤਰ੍ਹਾਂ ਦਾ ਉੱਥੇ ਪ੍ਰਬੰਧ ਵਧੀਆ ਹੋਣਾ ਚਾਹੀਦਾ। ਪਰ ਅਸੀਂ 2-2, 2.5 ਕਰੋੜ ਰੁਪਇਆ ਅਸੀਂ ਇਮਾਰਤਾਂ 'ਤੇ ਤਾਂ ਲਗਾ ਦਿੰਦੇ ਹਾਂ। ਜਦੋਂ ਅਸੀਂ ਗੁਰੂ ਘਰ ਦੇ ਵਜ਼ੀਰ ਦੀ ਅਪਾਇੰਟਮੈਂਟ ਕਰਨੀ ਹੁੰਦੀ ਹੈ ਉਸ ਪਰਟੀਕੂਲਰ ਗੁਰਦੁਆਰਾ ਸਾਹਿਬ ਦੇ ਲਈ, ਤੇ ਉਦੋਂ ਅਸੀਂ ਨਾ ਬਹੁਤ ਆਪਦਾ ਹੱਥ ਘੁੱਟ ਲੈਂਦੇ ਹਾਂ। ਫਿਰ ਅਸੀਂ ਕਿਸੇ ਤਰੀਕੇ ਦੇ ਨਾਲ, ਵੇਖੋ ਕਈ ਪਿੰਡਾਂ ਦੇ ਵਿੱਚ ਅਸੀਂ ਉਦਮ ਕਰਕੇ, ਕਈ ਪਿੰਡਾਂ ਦੇ ਵਿੱਚ ਤਾਂ ਬਹੁਤ ਵੱਡੀ ਪੱਧਰ 'ਤੇ ਚੇਂਜ ਆਈ ਹੈ। ਗ੍ਰੰਥੀ ਸਿੰਘਾਂ ਦੀ ਅੱਛੀ ਜਿਹੜੀ ਸੈਲਰੀ ਹੈ ਉਹਨਾਂ ਦੀ, ਪਰ ਨਾਲ ਉਹਨਾਂ ਦੀਆਂ ਜਿੱਥੇ ਸੈਲਰੀ, ਉਹਨਾਂ ਦੀ ਡਿਊਟੀਜ਼ ਵੀ ਨਿਰਧਾਰਿਤ ਹੋਈਆਂ ਵੀ ਆਪ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ ਕੁਝ ਸਮਾਂ ਕਥਾ ਵਿਚਾਰ ਕਰਨੀ ਹੈ, ਉਹ ਗੁਰਬਾਣੀ ਦੀ ਵਿਚਾਰ ਕਰਨੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਰਨੀ ਹੈ, ਭਾਈ ਨੰਦ ਲਾਲ ਸਿੰਘ ਜੀ ਦੀ ਜਿਹੜੀਆਂ ਲਿਖਤਾਂ ਨੇ ਉਹਨਾਂ ਦੀ ਤੁਸੀਂ ਵਿਚਾਰ ਕਰਨੀ ਹੈ। ਸ਼ਾਮ ਨੂੰ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ, ਜਾਂ ਜਿਹੜਾ ਉਹਨਾਂ ਕੋਈ ਪਰਟੀਕੂਲਰ ਗੁਣ ਹੈਗਾ, ਜਿਵੇਂ ਕਿਤੇ ਕੋਈ ਗ੍ਰੰਥੀ ਸਿੰਘ ਕੋਈ ਗੁਰਮਤਿ ਦੀ ਕਲਾਸ ਲਾ ਸਕਦੇ ਆ, ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੋਬ ਡਿਊਟੀਜ਼ ਵੀ ਨਿਰਧਾਰਿਤ ਕੀਤੀਆਂ, ਅਤੇ ਨਾਲ ਉਹਨਾਂ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਉਹਨਾਂ ਦਾ ਜਿਹੜਾ ਬੱਚਿਆਂ ਦੀ ਸਟੱਡੀ ਦਾ, ਹੈ ਨਾ, ਜਾਂ ਜਿੱਥੇ ਉਹ ਪੜ੍ਹਦੇ ਆ। ਤਾਂ ਇਸ ਤਰੀਕੇ ਦੇ ਨਾਲ ਕਈ ਉਦਮ ਜਿਹੜੇ ਕਰਨ ਦੀ ਲੋੜ ਹੈਗੀ ਹੈ ਸਾਨੂੰ। ਅਤੇ ਕਈ ਪਿੰਡਾਂ ਦੇ ਵਿੱਚ ਸ਼ੁਰੂ ਵੀ ਹੋਇਆ, ਥੋੜ੍ਹਾ ਬਹੁਤਾ ਸ਼ੁਰੂ ਹੋਇਆ ਕਿਤੇ ਟਾਵੇਂ ਪਿੰਡ ਦੇ ਵਿੱਚ। ਆਮ ਤੌਰ 'ਤੇ ਜਿਹੜੀ ਅਸੀਂ ਇੱਕ ਓਪਰੀ ਨਿਗਾਹ ਦੇ ਨਾਲ ਇਹ ਆਟੇ 'ਚ ਲੂਣ ਬਰਾਬਰ ਹੀ ਹੋਇਆ, ਜੇ ਕਿਤੇ ਸਹੀ ਹੋਇਆ ਵੀ ਹੈ। ਅਤੇ ਸਾਨੂੰ ਇਹ ਸਾਡੀ ਸਾਰੀ ਕੌਮ ਨੂੰ, ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਇਸ ਵਿਸ਼ੇ 'ਤੇ ਬਹੁਤ ਵੱਡੀ ਪੱਧਰ 'ਤੇ ਉਦਮ ਕਰਨ ਦੀ ਲੋੜ ਹੈ, ਕਿਉਂਕਿ ਅੱਜ ਕੱਲ੍ਹ ਆਈ ਐਮ ਸੌਰੀ ਟੂ ਸੇ ਕਿ ਇਸ ਕਿਤੇ ਜਾਂ ਗੁਰਬਾਣੀ ਆਪਾਂ ਕਹਿੰਦੇ ਗੁਰੂ ਘਰ ਦੇ ਵਿੱਚ ਸੇਵਾਦਾਰ ਉਹ ਬਣਨ ਨੂੰ, ਗ੍ਰੰਥੀ ਸਿੰਘ ਉਹ ਬਣਨ ਨੂੰ ਹੈਗਾ ਜੀ ਜਿਹੜਾ ਕਿ ਇਹ ਸੋਚਦਾ ਹੈ ਕਿ ਮੈਂ ਅੱਗੇ ਆਪਣੇ ਬੱਚੇ ਨੂੰ ਇਹ ਨਹੀਂ ਬਣਾਉਣਾ। ਇਹ ਸਾਡੇ ਲਈ ਬਹੁਤ ਚਿੰਤਾ ਅਤੇ ਸੋਚਣ ਦਾ ਵਿਸ਼ਾ ਹੈਗਾ। ਅੱਗੇ ਗ੍ਰੰਥੀ ਸਿੰਘਾਂ ਦੇ ਬੱਚੇ ਗ੍ਰੰਥੀ ਸਿੰਘ ਬਣਨ ਲਈ ਤਿਆਰ ਨਹੀਂ ਹੈਗੇ, ਤਾਂ ਹੈ ਨਾ। ਇਹ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਤਾਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਧਿਆਨ 'ਚ ਇਹ ਵੀ ਆਈ ਸੀ, ਜਿਹੜੇ ਗ੍ਰੰਥੀ ਸਿੰਘਾਂ ਦੀ ਗੁਰੂ ਘਰ ਦੇ ਵਜ਼ੀਰਾਂ ਦੀ ਜ਼ਿਆਦਾ ਕਦਰ ਨਹੀਂ ਕੀਤੀ ਜਾਂਦੀ, ਕਿ ਜਦੋਂ ਉਹ ਮਤਲਬ ਆਪਦੇ ਹੋਰ ਕੰਮਾਂ ਦੇ ਵਿੱਚ ਜਾਂ ਰੁਝੇਵਿਆਂ ਦੇ ਵਿੱਚ ਰੁੱਝ ਜਾਂਦੇ ਨੇ, ਉਹਨਾਂ ਡੇਰਾਵਾਦ ਜਿਹੜਾ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਸਾਡੇ ਨਾਲ ਰਲੋ, ਤੁਹਾਨੂੰ ਡੇਰੇਵਾਦ ਦੇ ਵਿੱਚ ਇੱਦਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ, ਬੱਚਿਆਂ ਦੀ ਪੜ੍ਹਾਈ ਤੱਕ ਫ੍ਰੀ ਕਰੀ ਜਾਊਗੀ। ਇਹ ਨਹੀਂ ਲੱਗਦਾ ਕਿ ਸਿੱਖਾਂ ਲਈ ਤਰਾਸਦੀ ਆ? ਨਹੀਂ ਵੀਰ ਜੀ, ਬਹੁਤ ਜਿਹੜੀ ਅਸੀਂ ਆ ਮੂਵਮੈਂਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼ੁਰੂ ਕੀਤੀ ਹੈ ਜੀ, ਅਤੇ ਇਹਦੇ ਪਿੱਛੇ ਵੀ ਇੱਕ ਜਿਹੜਾ ਕਾਰਨ ਤੁਸੀਂ ਸਾਂਝਾ ਕੀਤਾ, ਇਹ ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੈਗਾ ਕਿ ਔਰ ਇਸ ਸਮੇਂ ਦੇ ਵਿੱਚ ਵੀ ਨਾ, ਕਿਉਂਕਿ ਦੇਖੋ ਦੁੱਖ ਦੀ ਘੜੀ ਹੈ, ਤਾਂ ਸਿੱਖਾਂ ਦੇ ਵਿੱਚ ਨਾ ਰਿਸੋਰਸਿਸ, ਜਿਵੇਂ ਹੁਣ ਮੰਨ ਲਓ ਅਸੀਂ ਕਰ ਰਹੇ ਹਾਂ, ਸਿੱਖਾਂ ਦੇ ਵਿੱਚ ਨਾ ਰਿਸੋਰਸਿਸ ਦੀ ਜਿਹਨੂੰ ਆਪਾਂ ਕਹਿੰਦੇ ਨੇ ਯੂਟੀਲਾਈਜੇਸ਼ਨ ਕਿਵੇਂ ਕਰਨੀ ਹੈ, ਇਹਦੀ ਮੈਨੇਜਮੈਂਟ ਦੀ ਮੈਨੂੰ ਲੱਗਦਾ ਹਮੇਸ਼ਾ ਤੋਂ ਹੀ ਘਾਟ ਰਹੀ ਹੈ ਸਾਡੇ ਵਿੱਚ, ਵੀ ਅਸੀਂ ਰਿਸੋਰਸਿਸ ਨੂੰ ਮੈਨੇਜ ਕਿਵੇਂ ਕਰਨਾ। ਜੇ ਕਿਤੇ ਵਰਤਾਉਣ ਲੱਗ ਪਏ ਤਾਂ ਮਤਲਬ ਅੰਨ੍ਹੇਵਾਹ ਹੀ ਵਰਤਾਉਣਾ, ਜਿਵੇਂ ਪਿੱਛੇ ਹੜ੍ਹਾਂ ਦੇ ਵਿੱਚ ਆਇਆ ਤਾਂ ਸਾਰੇ ਜਣੇ ਉੱਧਰ ਹੀ ਲੱਗ ਪਏ। ਮਤਲਬ ਰਿਸੋਰਸਿਸ ਦੀ ਯੂਟੀਲਾਈਜੇਸ਼ਨ ਕਿਵੇਂ ਕਰਨੀ ਆ, ਇਹਦੇ ਬਾਰੇ ਅਸੀਂ ਬਹੁਤਾ ਸੋਚਦੇ ਨਹੀਂ। ਤਾਂ ਇਹ ਡੇਰਿਆਂ ਨੇ ਸੰਪਰਕ ਕੀਤਾ ਜੀ, ਓਬਵੀਅਸ ਗੱਲ ਆ, ਔਰ
ਕਈ ਮਤਲਬ ਲੋਕਾਂ ਨਾਲ ਸੰਪਰਕ, ਗ੍ਰੰਥੀ ਸਿੰਘਾਂ ਨਾਲ ਸੰਪਰਕ ਹੋ ਰਿਹਾ। ਔਰ ਤੁਸੀਂ ਇੱਕ ਗੱਲ ਸੋਚੋ ਵੀ ਆਮ ਕੋਈ ਬੰਦਾ, ਮੈਂ ਨਹੀਂ ਇਹ ਗੱਲ ਕਹਿੰਦਾ ਵੀ ਕੋਈ ਧਰਮ ਪਰਿਵਰਤਨ ਕਰਦਾ, ਕਿਸੇ ਕੋਈ ਚੰਗੀ ਗੱਲ ਹੈਗੀ ਹੈ, ਪਰ ਜੇ ਕਿਤੇ ਕੋਈ ਉਹਨਾਂ ਨਾਲ ਸੰਪਰਕ ਹੋ ਰਿਹਾ ਤਾਂ ਇਹ ਤਾਂ ਸਾਡੇ ਲਈ ਤਾਂ ਹੋਰ ਵੀ ਜ਼ਿਆਦਾ ਦੁਖਦਾਈ ਗੱਲ ਹੈਗੀ। ਔਰ ਸਾਡੀ ਇਹ ਬੜੀ ਵੱਡੀ ਤਰਾਸਦੀ ਹੈ ਜੀ, ਤੁਸੀਂ ਬਿਲਕੁਲ ਠੀਕ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗੁਰੂ ਘਰ ਦੇ ਜਿਹੜੇ ਸਿੱਖ ਹੁੰਦੇ ਆ ਉਹ ਜੇ ਕਿਸੇ ਮੁਸੀਬਤ ਆਉਂਦੀ ਹੈ ਤਾਂ ਲੰਗਰ ਲਾਉਣ ਦੀ ਅਕਸਰ ਹੀ ਹਾਂ ਦਾ ਨਾਰਾ ਵੀ ਮਾਰਦੇ ਆ ਤੇ ਬਾਂਹ ਵੀ ਫੜਦੇ ਆ, ਪਰ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੇ ਲੁਕੇ ਛਿਪੇ ਉਹ ਲੋਕ ਰਹਿ ਜਾਂਦੇ ਆ। ਜਿਹੜੇ ਗ੍ਰੰਥੀ ਸਿੰਘ ਗੁਰੂ ਘਰ ਦੇ ਵਜ਼ੀਰ ਹੁੰਦੇ, ਸਾਡੇ ਘਰੇ ਬੈਠੇ ਹੁੰਦੇ ਆ, ਉਹਨਾਂ ਨਾਲ ਅਸੀਂ ਧਿਆਨ ਤੱਕ ਹੀ ਨਹੀਂ ਦਿੰਦੇ। ਹਾਂ, ਮੈਂ ਇਹੀ ਆਪਾਂ ਗੱਲ ਕਹਿ ਰਹੇ ਹਾਂ ਨਾ ਵੀ ਦੇਖੋ, ਅਸੀਂ ਵੀ ਆਪਣਿਆਂ ਦੀ ਕਈ ਵਾਰ ਨਾ ਅਸੀਂ ਕੇਅਰ ਨਹੀਂ ਕਰ ਪਾਉਂਦੇ। ਮੈਨੂੰ ਇਹ ਬਹੁਤ ਇਹ ਲੱਗਦਾ ਕਿ ਸਾਨੂੰ ਜਿੱਥੇ ਅਸੀਂ ਹੁਣ ਕੀ ਅਸੀਂ ਸਰਬੱਤ ਦੇ ਵਿੱਚ ਹੋਰਾਂ ਲੋਕਾਂ ਨੂੰ ਹੀ ਮੰਨਦੇ ਹਾਂ। ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਸਰਬੱਤ ਦੇ ਭਲੇ ਦੇ ਵਿੱਚ ਸਾਡੇ ਆਪਣੇ ਵੀ ਤਾਂ ਆਉਂਦੇ ਹੀ ਹੈ ਨਾ, ਵੀ ਸਰਬੱਤ ਦੇ ਵਿੱਚ ਸਾਡੇ ਆਪਣੇ ਵੀ ਤਾਂ। ਹੁਣ ਇਹ ਨਹੀਂ ਕਿ ਵੀ ਸਾਡੇ ਲਈ ਕੋਈ ਦੂਸਰੇ ਬਗਾਨੇ ਆ, ਪਰ ਉਹ ਲੋਕ ਖਾਸ ਕਰਕੇ ਆਉਂਦੇ ਜਿਹੜੇ ਸੁਬਾਹ ਸ਼ਾਮ ਸਾਡੇ ਲਈ ਭਲੇ ਦੀ ਅਰਦਾਸ ਕਰਦੇ ਆ, ਜਿਹੜੀ ਗੁਰੂ ਘਰ ਦੇ ਵਿੱਚ ਨਿਤਨੇਮ ਕਰਦੇ ਆ, ਭਲੇ ਦੀ ਅਰਦਾਸ ਕਰਦੇ ਆ, ਤੇ ਉਹ ਸਾਡੇ ਅੱਖਾਂ ਤੋਂ ਦੂਰ ਰਹਿ ਜਾਂਦੇ ਨੇ। ਤੇ ਸਾਨੂੰ ਜਿਹੜੇ ਇੱਦਾਂ ਮਹਾਂਮਾਰੀ ਆਉਂਦੀ ਹੈ, ਠੀਕ ਹੈ, ਸਾਰਿਆਂ ਲਈ ਬਾਂਹ ਸਾਨੂੰ ਫੜਨੀ ਵੀ ਚਾਹੀਦੀ ਹੈ, ਸਾਨੂੰ ਧਰਮ ਸਾਡਾ ਸਿਖਾਉਂਦਾ ਵੀ ਹੈ ਭਾਈ ਕਨ੍ਹੱਈਆ ਦੀ ਤਰ੍ਹਾਂ। ਕਿਸੇ ਵੀ ਮੂੰਹ ਦੇ ਵਿੱਚ ਬੁਰਕੀ ਪਾਉਣੀ ਆ ਉਹ ਪੁੰਨ ਦਾ ਕੰਮ ਆ, ਪਰ ਕਿਤੇ ਇਹ ਜਿਹੜੇ ਸਾਥੋਂ ਅੱਖੋਂ ਪਰੋਖੇ ਰਹਿ ਜਾਂਦੇ, ਜਿਨ੍ਹਾਂ ਦੇ ਅਸੀਂ ਬਾਂਹ ਨਹੀਂ ਫੜਦੇ, ਤੇ ਡੇਰੇਵਾਦ ਜਿਹੜਾ ਉਹਨਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਦਾ ਜਾ ਰਿਹਾ ਹੈ, ਤੇ ਕਿਤੇ ਨਾ ਕਿਤੇ ਕੌਮ ਨੂੰ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋ ਸਕਦਾ, ਮੇਰੇ ਹਿਸਾਬ ਨਾਲ ਤਾਂ ਕਲੀਅਰ। ਨਹੀਂ, ਬਿਲਕੁਲ ਠੀਕ ਗੱਲ ਹੈ ਜੀ ਤੁਹਾਡੀ, ਬਿਲਕੁਲ ਠੀਕ ਗੱਲ ਹੈ, ਮੈਂ ਸਹਿਮਤ ਹਾਂ ਇਸ ਚੀਜ਼ ਦੇ ਨਾਲ। ਤੇ ਸਾਨੂੰ ਸਾਰੇ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਬੈਠੇ ਵੀਰ ਭੈਣ, ਅਸੀਂ ਇੱਕ ਨਾ ਮੋਦੀਖਾਨਾ, ਇੱਕ ਪ੍ਰੋਜੈਕਟ ਗੁਰੂ ਨਾਨਕ ਮੋਦੀਖਾਨਾ ਦੇ ਨਾਮ 'ਤੇ ਸ਼ੁਰੂ ਕੀਤਾ ਹੈ ਕੋਟਪੁਰੀ ਦੇ 'ਚ। ਵੀਰ ਹਰਪ੍ਰੀਤ ਸਿੰਘ, ਮੈਂ ਬਾਅਦ 'ਚ ਉਹਨਾਂ ਦਾ ਨੰਬਰ ਵੀ ਦੇ ਸਕਦਾ। ਤਾਂ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਸੇਵਾ ਕਾਰਜ ਸ਼ੁਰੂ ਕੀਤਾ ਸਾਡੇ ਫਰੀਦਕੋਟ, ਮੁਕਤਸਰ, ਬਠਿੰਡਾ ਜ਼ੋਨ ਦੇ ਵਿੱਚ। ਹੋਰ ਬੜੇ ਤਰ੍ਹਾਂ ਦੀਆਂ ਲੋੜਵੰਦਾਂ ਦੀਆਂ ਉਹ ਵਿਚਾਰੇ ਵੀਰ ਉਸ ਪ੍ਰੋਜੈਕਟ ਨੂੰ ਬੜੀ ਅੱਛੇ ਤਰੀਕੇ ਦੇ ਨਾਲ ਕਰਦੇ ਪਏ ਆ। ਉਹਨਾਂ ਦੇ ਹੀ ਉਦਮ ਦੇ ਨਾਲ ਇਹ ਵੀ ਇੱਕ ਕੰਮ ਹੋ ਰਿਹਾ। ਸਾਰੀ ਜ਼ੋਨ ਦੀ ਟੀਮ, ਫਿਰ ਸਾਰੀ ਸਟੇਟ ਦੀ ਟੀਮ, ਫਿਰ ਜਿੱਥੇ ਵੀ ਸਟੱਡੀ ਸਰਕਲ ਹੈਗਾ ਉੱਥੇ ਅਸੀਂ ਮਤਲਬ ਇਸ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਵੀ ਸਾਡੇ ਸਾਧਨ ਬੈਠੇ ਆ ਕਿ ਕਿਸੇ ਵੀਰ ਤੱਕ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਲੋੜਾਂ, ਔਰ ਇਹ ਵੀ ਨਹੀਂ ਕਿ ਵੀ ਸਟੱਡੀ ਸਰਕਲ ਕੋਲ ਬਹੁਤ ਜ਼ਿਆਦਾ ਰਿਸੋਰਸਿਸ ਨੇ ਕੋਈ, ਅਸੀਂ ਵੀ ਪੂਲਿੰਗ ਆਫ ਰਿਸੋਰਸਿਸ ਹੀ ਕਰਦੇ ਹਾਂ। ਮੈਂ ਪਹਿਲਾਂ ਵੀ ਗੱਲ ਕਰਕੇ, ਸਾਡੇ ਕੋਲ ਗੁਰਬਾਣੀ ਤੇ ਸੰਗਤ ਬਿਨਾਂ ਕੋਈ ਹੋਰ ਓਟ ਨਹੀਂ ਹੈਗੀ। ਅਸੀਂ ਤਾਂ ਰਿਸੋਰਸ, ਮੰਨ ਲਓ ਕਿਸੇ ਨੇ ਕੋਈ ਸੰਪਰਕ ਕੀਤਾ, ਇਹ ਨਹੀਂ ਗਾ ਵੀ ਸਾਡੇ ਕੋਲ ਕਿਸੇ ਤਰ੍ਹਾਂ ਦੇ ਸਾਧਨ ਹੈਗੇ, ਪਰ ਅਸੀਂ ਇੱਕ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਕੋਈ ਵੀਰ ਹੁੰਦਾ ਵੀ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਲੋੜਾਂ ਹੈਗੀਆਂ, ਕੋਈ ਮੈਡੀਸਿਨ ਦੀ ਹੈ ਜਾਂ ਕੋਈ ਰਾਸ਼ਨ ਦੀ ਹੈ, ਤਾਂ ਜਿਸ ਤਰੀਕੇ ਦੇ ਸਾਡੇ ਕੋਲ ਵਿੱਤ ਹੁੰਦਾ ਉਹਦੇ ਮੁਤਾਬਕ ਅਸੀਂ ਪਹੁੰਚ ਵਿਧੀ ਉਹਨਾਂ ਤੱਕ ਅਪਣਾਉਂਦੇ ਹਾਂ, ਅਤੇ ਜੋ ਸਾਡੇ ਕੋਲ ਹੋ ਪਾਉਂਦਾ ਅਸੀਂ ਉਹ ਕਰਦੇ ਹਾਂ। ਮਤਲਬ ਬਸ ਇਹੀ ਹੈ ਜੀ ਕਿ ਪਰ ਇਹ ਇੰਨਾ ਜ਼ਰੂਰ ਹੈ ਵੀ ਸਾਨੂੰ ਗੁਰੂ ਘਰ ਦੇ ਵਜ਼ੀਰਾਂ ਦੀ ਸੰਭਾਲ ਲਈ ਬਹੁਤ ਵਿਸ਼ੇਸ਼ ਅਤੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਜੀ। ਜਿਵੇਂ ਤੁਸੀਂ ਇਹ ਇੱਕ ਉਪਰਾਲਾ ਜਿਹੜਾ ਤੋਰਿਆ, ਕੋਈ ਮਾਮਲੇ ਸਾਹਮਣੇ ਆਏ ਜਾਂ ਗ੍ਰੰਥੀ ਸਿੰਘਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਵੀ ਜੀ, ਮਾਮਲੇ ਆਪਾਂ ਨਾ ਸਮੱਸਿਆ ਦਾ ਹੱਲ ਹੀ ਐਕਚੁਅਲ 'ਚ ਉਦੋਂ ਕੱਢਦੇ ਹਾਂ ਜਦੋਂ ਸਾਡੇ ਸਾਹਮਣੇ ਸਮੱਸਿਆ ਆ ਜਾਂਦੀ ਹੈ। ਠੀਕ ਹੈ ਜੀ, ਆਪਾਂ ਤਾਂ ਹੱਲ, ਸਿੱਖਾਂ ਦੀ ਇੱਕ ਬੜੀ ਵੱਡੀ ਤਰਾਸਦੀ ਹੈ ਵੀ ਅਸੀਂ ਸਮੱਸਿਆ ਜਦੋਂ ਸਾਡੇ ਸਿਰ 'ਤੇ ਆ ਜਾਂਦੀ ਹੈ ਨਾ, ਉਦੋਂ ਉਹਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਨੈਚੁਰਲੀ ਗੱਲ ਹੋਏ ਸੰਪਰਕ ਸਾਡੇ ਨਾਲ, ਫਿਰ ਹੀ ਸਾਡੇ ਦਿਮਾਗ 'ਚ ਵੀ ਆਈਡੀਆ ਫਿਰ ਹੀ ਆਇਆ ਜੀ। ਜਿਵੇਂ ਇੱਕ ਹੁਣ ਬਿਆਨ ਆਉਂਦਾ ਹੈ ਕੋਵਿਡ-19 ਵਾਇਰਸ ਜਿਹੜਾ ਚੱਲ ਰਿਹਾ, ਉਦੋਂ ਬਿਆਨ ਆਉਂਦਾ ਹੈ ਕਿ ਉਹ ਵੀ ਬਿਆਨ ਆਉਂਦਾ ਹੈ ਸਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਕਿ ਜਿਹੜੇ ਇਸ ਵਾਇਰਸ ਦੇ ਵਿੱਚ 24 ਘੰਟੇ ਡਿਊਟੀ ਕਰਨ ਵਾਲੀ ਪੰਜਾਬ ਪੁਲਿਸ ਆ, ਉਹਨਾਂ ਦੇ ਜਿਹੜੇ ਬੱਚਿਆਂ ਦੀ ਜਿਹੜੀ ਉਹ ਪੜ੍ਹਾਈ ਫ੍ਰੀ ਕਰੀ ਜਾਊਗੀ। ਪਰ ਇੱਕ ਹੈਰਾਨਗੀ ਦੀ ਗੱਲ ਇਹ ਆ, ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਲੇ ਵਜ਼ੀਰ ਕਿੰਨੇ ਸਾਲ ਹੋ ਗਏ ਨੇ, 5-5, 10-10 ਹਜ਼ਾਰ ਤੇ ਸੇਵਾਵਾਂ ਦੇ ਰਹੇ ਨੇ, ਪਰ ਉਹਨਾਂ ਵੱਲ ਕਦੇ ਧਿਆਨ ਹੀ ਨਹੀਂ ਗਿਆ। ਮੈਨੂੰ ਲੱਗਦਾ ਕਿ ਕਿਤੇ ਇਸ ਚੀਜ਼ ਦੇ ਨਾਲ, ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚਿਆਂ ਦੀ ਗੱਲ, ਪੜ੍ਹਾਈ ਫ੍ਰੀ ਕਰਨ ਦੀ ਗੱਲ ਕੀਤੀ ਸੀ, ਜੇਕਰ ਇੱਥੇ ਗ੍ਰੰਥੀ ਸਿੰਘਾਂ ਦਾ, ਗੁਰੂ ਘਰ ਦੇ ਵਜ਼ੀਰਾਂ ਦੀ ਪੜ੍ਹਾਈ ਫ੍ਰੀ ਕਰਨ ਦੀ ਗੱਲ ਕੀਤੀ ਜਾਂਦੀ ਤਾਂ ਗੱਲ ਕਿਤੇ ਹੋਰ ਹੋਣੀ ਸੀ। ਦੇਖੋ, ਉਹ ਮੈਂ ਇੱਕ ਨਾ ਫਿਰ ਇਸ ਗੱਲ ਨੂੰ ਕਰਦਾ ਵੀ ਅਸੀਂ ਨਾ ਕਈ ਵਾਰ ਇਸ ਚੀਜ਼ ਨੂੰ ਬੜੀ ਇੱਕ ਹੈਰਾਨਗੀ ਨਾਲ ਲੈ ਲੈਂਦੇ। ਮੈਂ ਨੋ ਡਾਊਟ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਜਿਹੜੇ ਅੱਜ ਪ੍ਰਸ਼ਾਸਨ ਵਾਲੇ ਵੀਰ ਹੈ ਜਾਂ ਸਾਡੇ ਜਿਹੜੇ ਡਾਕਟਰਸ ਨੇ, ਇਹਨਾਂ ਨੇ ਸੀਸ ਤਲੀ 'ਤੇ ਧਰਨ ਵਾਲੀ ਗੱਲ ਹੀ ਹੈ। ਕਿਉਂਕਿ ਦੇਖੋ, ਪਰ ਮੈਂ ਇੱਕ ਗੱਲ ਸੋਚਦਾ ਵੀ ਇਹਨਾਂ ਦੀ ਮਤਲਬ ਇਟ ਇਜ਼ देयर ਡਿਊਟੀ ਨਾ, ਇਹ ਤਾਂ ਉਹਨਾਂ ਦੀ ਡਿਊਟੀ ਹੈ। ਮਤਲਬ ਹੁਣ ਵੀ ਹੈ ਤੇ ਉਸ ਦੀ ਤਨਖਾਹ ਵੀ ਬਕਾਇਦਾ ਮਿਲ ਰਹੀ। ਮਤਲਬ ਦੇਖੋ, ਮੈਂ ਇਹੀ ਗੱਲ ਮੈਂ ਕਰਨੀ ਚਾਹੁੰਦਾ ਸੀ। ਮੈਂ ਇਹ ਨਹੀਂ ਗੱਲ ਕਹਿੰਦਾ ਵੀ ਪ੍ਰਸ਼ਾਸਨ ਵਾਲੇ ਵੀਰਾਂ ਦਾ ਸੀ ਤੇ ਸਾਰੇ ਵੀਰਾਂ ਦਾ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਵੀ ਉਹ ਆਪਣੀ ਡਿਊਟੀ ਬਹੁਤ ਬਾਖੂਬੀ ਨਿਭਾ ਰਹੇ, ਔਰ ਉਹਨਾਂ ਨੂੰ ਹੋਰ ਉਹਨਾਂ ਦੀ ਡਿਊਟੀ, ਮਤਲਬ ਉਹਨਾਂ ਨੂੰ ਜਿਹੜੀ ਮਤਲਬ ਜੌਬ 'ਚ ਆਏ ਆ, ਉਹਨਾਂ ਦਾ ਜਿਵੇਂ ਆਰਮੀ ਵਾਲਾ ਵੀਰ ਹੁਣ ਕਵੇ ਕੋਈ ਹੈ ਨਾ ਵੀ ਉਹ ਆਰਮੀ 'ਚ ਗਿਆ ਤੇ ਹੁਣ ਕਵੇ ਉਹ ਕਵੇ ਮੈਂ ਤਾਂ ਕਦੇ ਯੁੱਧ ਲੜਨਾ ਹੀ ਨਹੀਂ, ਜੰਗ ਲੜਨੀ ਨਹੀਂ ਕਦੇ ਵੀ।
ਬਿਮਾਰੀਆਂ ਹੀ ਤਾਂ ਇੱਕ ਜਿਵੇਂ ਆਪਾਂ ਆਰਮੀ ਦੀ ਗੱਲ ਕੀਤੀ ਆ, ਆਰਮੀ ਦੇ ਵਿੱਚ ਵੀ ਜੇ ਕੋਈ ਨੌਜਵਾਨ ਭਰਤੀ ਹੁੰਦਾ ਹੈ 10 ਸਾਲ 12 ਸਾਲ, ਉਹ ਜੇਕਰ ਉਹ ਫਰੀ ਉਵੇਂ ਹੀ ਲੰਘ ਜਾਂਦੇ, ਆਪਦੀ ਪ੍ਰੈਕਟਿਸ ਕਰਦੇ ਆ, ਸਰੀਰ ਦਾ ਧਿਆਨ ਰੱਖਦੇ ਆ, ਜੇਕਰ ਇੱਕ ਦਿਨ ਮੁਸੀਬਤ ਆਉਂਦੀ ਹੈ ਤੇ ਜੰਗ ਤਾਂ ਲੜਨੀ ਪੈਣੀ ਹਾਂ ਆ। ਜੰਗ ਦਾ ਪਾਰਟ ਇਹ ਹੋਰ ਫੌਜੀ ਦੀ ਵਰਕ ਹੀ ਜੰਗ 'ਚ ਹੁੰਦੀ ਹੈ। ਉਵੇਂ ਮੈਨੂੰ ਇਹ ਲੱਗਦਾ ਵੀ ਇਸ ਵਕਤ ਡਾਕਟਰ ਜਾਂ ਜਿਹੜੇ ਪ੍ਰਸ਼ਾਸਨ ਵਾਲੇ ਵੀਰ ਹੈ ਸਾਡੇ, ਤੇ ਹਾਂ ਇੱਥੇ ਵਰਕ ਹੋ ਰਹੀ ਹੈ ਉਹਨਾਂ ਦੀ, ਔਰ ਇਹ ਜ਼ਰੂਰੀ ਵੀ ਹੈ, ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਇਹ ਨਹੀਂਗਾ ਵੀ ਅਸੀਂ ਉਹਨਾਂ ਦੇ ਅਹਿਸਾਨ ਨੂੰ ਜਾਂ ਉਹਨਾਂ ਦੀ ਇਸ ਕੰਟਰੀਬਿਊਸ਼ਨ ਨੂੰ ਉਹ ਨਹੀਂ ਕਰਦੇ, ਰੈਕੋਗਨਾਈਜ਼ ਇਟ, ਠੀਕ ਹੈ, ਬਟ ਇਹ ਇਹਨਾਂ ਦੀ ਡਿਊਟੀ ਹੈ। ਔਰ ਸਾਨੂੰ ਹੁਣ ਜਿਵੇਂ ਮੰਨ ਲਓ ਟੀਚਰ ਦੀ ਡਿਊਟੀ ਪੜ੍ਹਾਉਣਾ ਹੈ ਨਾ, ਜਾਂ ਹੋਰ ਇਸੇ ਕਰਕੇ ਤਾਂ ਉਹ ਵਿਚਾਰੇ ਖੜੇ ਆਪਦਾ ਸਾਰਾ ਡਿਊਟੀ ਅੱਛੀ ਨਿਭਾਉਣੀ ਹੈ। ਮੈਂ ਬਸ ਆਪਦੀ ਜਿਹੜੀ ਉਹਨਾਂ ਦੀ ਪ੍ਰਸ਼ਾਸਨ ਨੇ ਡਿਊਟੀ ਲਈ ਉਹ ਨਿਭਾਉਣੀ ਚਾਹੀਦੀ ਹੈ, ਔਰ ਅਸੀਂ ਉਹਨੂੰ ਰਿਗਾਰਡ ਕਰਦੇ ਹਾਂ, ਰਿਸਪੈਕਟ ਦਿੰਦੇ ਹਾਂ। ਪਰ ਮੈਂ ਇੱਕ ਜਿਹੜੀ ਗੱਲ ਕਰਨੀ ਚਾਹਣਾ ਉਹ ਇਹ ਹੈ ਵੀ ਕਿ ਜਿਹੜੇ ਮੰਨ ਲਓ ਦੇਖੋ ਸਾਡੀਆਂ ਸਰਮੌਰ ਸੰਸਥਾਵਾਂ ਨੇ, ਸਾਰਿਆਂ ਦਾ ਰਿਗਾਰਡ ਕਰਦੇ ਹਾਂ, ਬੜੀ ਅੱਛੇ ਕੰਮ ਵੀ, ਕਿਉਂਕਿ ਨਾ ਕਈ ਵਾਰ ਅਸੀਂ ਨੈਗੇਟਿਵਿਟੀ ਵਾਲੇ ਪਾਸੇ ਹੀ ਜ਼ਿਆਦਾ ਵੱਧ ਜਾਂਦੇ ਹਾਂ। ਰੀਸੈਂਟਲੀ ਜਿਹੜਾ ਜਿੰਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਵੱਲੋਂ ਮੁਕਤਸਰ ਸਾਹਿਬ ਦੇ ਵਿੱਚ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ, ਮੈਨੇਜਰ ਸਾਹਿਬ ਸਰਦਾਰ ਸਮੇਰ ਸਿੰਘ ਜੀ, ਉਹਨਾਂ ਨੇ ਵੀ ਹੁਣ ਅੱਜ ਵੀ ਉਹ ਕਰਦੇ ਪਏ ਆ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਹੋਇਆ, ਜਾਂ ਕਈ ਗੁਰੂ ਜਿਹੜੇ ਮੇਰੀ ਨਿਗਾਹ ਦੇ ਵਿੱਚ ਆਏ ਆ, ਉਹ ਗੁਰੂ ਘਰ ਦੇ ਵਿੱਚ ਉਹ ਲੰਗਰ ਪੱਕ ਕੇ ਜਾ ਰਿਹਾ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ। ਅੱਛਾ ਕੰਮ ਜਿਹੜਾ ਕੋਈ ਕਿਤੇ ਥਾਂ 'ਤੇ ਚੰਗਾ ਕੰਮ ਹੋ ਰਿਹਾ, ਚੰਗਾ ਵੀ ਹੋ ਰਿਹਾ। ਪਰ ਜਿੱਥੇ ਸਾਨੂੰ ਅਸੀਂ ਇਹ ਗੱਲ ਕਹਿੰਦੇ ਵੀ ਪ੍ਰੈਜ਼ੀਡੈਂਟ ਸਾਹਿਬ ਨੇ ਜਿੱਥੇ ਪ੍ਰਸ਼ਾਸਨ ਲਈ ਇਹ ਆਫਰਸ ਦਿੱਤੀਆਂ ਨੇ, ਤਾਂ ਉੱਥੇ ਤਾਂ ਮਤਲਬ ਕਾਸ਼ ਜੇ ਕਿਤੇ ਐਂ ਗ੍ਰੰਥੀ ਸਿੰਘਾਂ ਲਈ ਹੋ ਜੇ, ਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਹੌਸਲਾ ਕਿੰਨੀ ਵੱਡੀ ਪੱਧਰ 'ਤੇ ਵੱਧ ਸਕਦਾ, ਇਹ ਅਸੀਂ ਸੋਚ ਵੀ ਨਹੀਂ ਸਕਦੇ। ਜਿੰਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਨੇ, ਸਕੂਲ ਨੇ ਜਾਂ ਕਾਲਜਸ ਨੇ, ਉਹਨਾਂ ਦੇ ਵਿੱਚ ਇੱਕ ਸਪੈਸ਼ਲੀ ਇੱਕ ਕ੍ਰਾਈਟੇਰੀਆ ਨਿਰਧਾਰਿਤ ਹੋ ਜੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਲਈ, ਤਾਂ ਇਹਦਾ ਕੋਈ ਮੈਚ ਨਹੀਂ ਹੋਊਗਾ। ਔਰ ਉਹ ਗ੍ਰੰਥੀ ਸਿੰਘਾਂ ਦਾ ਹੌਸਲਾ ਤੇ ਉਹ ਕਿੰਨੀ ਵੱਡੀ ਪੱਧਰ 'ਤੇ ਆਪਦੀ ਡਿਊਟੀ ਇੱਕ ਜੋਸ਼ ਦੇ ਨਾਲ ਕਰਦੇ ਆ, ਤਾਂ ਇਹ ਤਾਂ ਸਾਡੀ ਸੋਚ ਤੋਂ ਵੀ ਪਰੇ ਦੀ ਗੱਲ ਹੋਊਗੀ। ਜੇਕਰ ਗੱਲ ਕਰੀਏ ਤੇ ਸਿੱਖ ਇਤਿਹਾਸ ਤੇ ਜਿਹੜਾ ਉਹ ਹੋਰ ਵੀ ਵੱਧ ਚੜ ਕੇ ਜਿਹੜਾ ਉਹਦਾ ਪ੍ਰਚਾਰ ਹੋ ਸਕਦਾ, ਜਿਹੜਾ ਇਹ ਡੇਰਾਵਾਦ ਨਾਲ ਜਾਂ ਹੋਰ ਪਿੰਡਾਂ ਦੇ ਵਿੱਚ ਗਰੀਬ ਤਬਕਾ ਜ਼ਿਆਦਾਤਰ ਡੇਰਾਵਾਦ ਨਾਲ ਜੁੜਿਆ ਹੋਇਆ, ਧਰਮਾਂ ਤੋਂ ਇੱਕ ਪਾਸੇ ਦੀ ਗੱਲ ਕਰਕੇ ਉਹ ਡੇਰਾਵਾਦ ਨਾਲ ਚਲਾ ਜਾਂਦਾ ਹੈ। ਉਹ ਜਿਹੜਾ ਡੇਰਾਵਾਦ ਚਲਾਉਣ ਵਾਲਾ ਹੁੰਦਾ, ਮੁਖੀਆ ਹੁੰਦਾ, ਉਹਦਾ ਕੋਈ ਧਰਮ ਨਹੀਂ ਹੁੰਦਾ। ਸ਼ਾਇਦ ਲੋਕਾਂ ਨੂੰ ਭੁਲੇਖਾ ਜ਼ਰੂਰ ਪਾਇਆ ਜਾਂਦਾ ਵੀ ਇੱਕ ਧਰਮ ਦੇ ਨਾਲ ਜੋੜਿਆ ਹੁੰਦਾ, ਸਿਰਫ ਇੱਕੋ ਜ਼ਰੀਆ ਹੁੰਦਾ, ਆਪਦੇ ਨਾਲ ਜੋੜਨ ਦਾ ਤਰੀਕਾ ਹੁੰਦਾ। ਪਰ ਮੈਨੂੰ ਲੱਗਦਾ ਹੈ ਜੇਕਰ ਇੱਦਾਂ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਦਿੰਦੀ ਆ, ਤੇ ਜਿਹੜੇ ਡੇਰਾਵਾਦ ਨਾਲ ਜੁੜੇ ਹੋਏ ਲੋਕ ਨੇ, ਤੇ ਉਹ ਗੁਰੂ ਘਰ ਦਾ ਵਜ਼ੀਰ ਹੀ ਉਹਨਾਂ ਨੂੰ ਵਾਪਸ ਮੋੜ ਦੇਵੇ। ਹਾਂ ਬਿਲਕੁਲ ਜੀ, ਬਿਲਕੁਲ। ਐਕਚੁਅਲੀ ਕੀ ਸੀਗਾ, ਗੁਰਦੁਆਰਾ ਸਾਹਿਬ ਸਾਡੇ ਇੰਸਟੀਟਿਊਸ਼ਨ ਸੀ ਇੱਕ, ਉਹ ਸਾਡਾ ਇੱਕ ਜਿਵੇਂ ਆਪਾਂ ਕਹਿੰਦੇ ਸਿੱਖ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ, ਹੈ ਨਾ। ਇਹ ਇੱਕ ਸਾਡਾ ਇੰਸਟੀਟਿਊਸ਼ਨ ਸੀ ਜਿੱਥੇ ਧਾਰਮਿਕ, ਹੁਣ ਗੁਰਦੁਆਰਾ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਤੁਸੀਂ ਪੜ੍ਹ ਕੇ ਦੇਖੋ, ਉਹ ਹੁਣ ਬੜੀ ਵਧੀਆ ਐਗਜ਼ਾਮਪਲ ਦਿੰਦੇ ਆ ਵੀ ਜਿੱਥੇ ਭੁੱਖੇ ਨੂੰ ਪ੍ਰਸ਼ਾਦਾ, ਹੈ ਨਾ, ਅਤੇ ਜਿਹਨੇ ਗਿਆਨ ਲੈਣਾ ਉਹਨੂੰ ਗਿਆਨ ਮਿਲੂਗਾ, ਅਤੇ ਮਤਲਬ ਇੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੁੰਦਾ। ਜਿੱਥੇ ਨਿਸ਼ਾਨ ਸਾਹਿਬ ਝੁਲਦਾ ਹੈ ਉੱਥੇ ਮਤਲਬ ਏਕਤਾ ਅਖੰਡਤਾ ਦਾ ਪ੍ਰਤੀਕ ਹੈ ਨਾ। ਅਸੀਂ ਸਾਰਿਆਂ ਨੂੰ ਇੱਕ ਸਮਝਦੇ ਹਾਂ, ਅਸੀਂ ਸਾਰੀ ਮਨੁੱਖਤਾ ਨੂੰ ਇੱਕ ਸਮਝਦੇ ਹਾਂ। ਤੁਸੀਂ ਦੇਖੋ ਵੀ ਕੁਝ ਲੋਕ ਤਾਂ ਇਹ ਗੱਲੇ ਨਾ ਸਾਂਝੇ ਰੱਖ ਕੇ ਇਹ ਗੱਲ ਕਰਦੇ, ਸਾਡੀ ਤਾਂ ਇਹ ਸਾਂਝੀ ਵੱਲ ਤਾਂ ਬਹੁਤ ਸਮੇਂ ਪਹਿਲਾਂ ਦੀ ਹੈ। ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਕਾਰਨ ਬੇਸਿਕ ਕੀ ਹੈ, ਆਪਾਂ ਨੂੰ ਪਤਾ ਨਾ ਵੀ ਜਿਹੜੇ ਵਿਚਾਰਾਂ ਦੇ ਨਾਲ ਉਹਨਾਂ ਦੀ ਅਸਹਿਮਤੀ ਹੈ, ਡਿਫੈਂਡਰ ਆਫ ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੇ ਲਈ, ਮਤਲਬ ਜਿਹੜੇ ਵਿਚਾਰਾਂ ਦੇ ਨਾਲ ਉਹਨਾਂ ਦੀ ਸਹਿਮਤੀ ਨਹੀਂ ਵੀ ਹੋਗੀ, ਉਹਨਾਂ ਦੀ ਖਾਤਰ ਉਹਨਾਂ ਦੀ ਕੁਰਬਾਨੀ ਹੈ। ਮਤਲਬ ਇਹ ਸਾਨੂੰ ਵੇਖਣਾ ਚਾਹੀਦਾ। ਇਹਦਾ ਸਾਨੂੰ ਕੋਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ। ਪਰ ਮੇਰਾ ਨਾਲ ਵਾਰੀ ਗੱਲ ਫਿਰ ਮੈਂ ਰਿਪੀਟ ਉੱਥੇ ਹੀ ਕਰਦਾ ਪਿਆ ਵੀ ਜਿੱਥੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ, ਤੇ ਜਿਹੜੇ ਸਾਡੇ ਆਪਣੇ ਵੀਰ ਭੈਣਾਂ ਨੇ ਉਹ ਵੀ ਸਰਬੱਤ ਦੇ ਵਿੱਚ ਹੀ ਆਉਂਦੇ ਆ, ਸਾਨੂੰ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਬੇਕਦਰੀ ਕਿਉਂ ਹੋ ਰਹੀ ਹੈ? ਮੇਨ ਗੱਲ ਇਹ ਵੀ ਉਹਨਾਂ ਦੀ ਬੇਕਦਰੀ ਹੋਣ ਦਾ ਕਾਰਨ ਕੀ ਹੈ? ਬਸ ਇਹੀ ਸਾਡੀ ਇਗਨੋਰੈਂਸ। ਅਸੀਂ ਨਾ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਲਾਈਮਲਾਈਟ 'ਚ ਰਹਿਣਾ ਚਾਹੁੰਦੇ ਹਾਂ। ਮੈਂ ਹੁਣ ਸਿੱਧੀ ਜੀ ਇਹ ਗੱਲ ਕਰ ਰਿਹਾ ਵੀ ਅਸੀਂ ਇਹ ਮੰਨ ਲਓ ਵੀ ਹੁਣ ਜੇ ਕੋਈ ਸੇਵਾ, ਦੇਖੋ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ, ਪਰ ਜਿਵੇਂ ਗੁਰਬਾਣੀ ਸਾਨੂੰ ਸਮਝਾਉਂਦੀ ਨਾ, ਕਰ ਪੁੰਨੋ ਨੀਚ ਸਦਾਏ ਦਾ, ਵੀ ਜੇ ਸੇਵਾ ਕਾਰਜ ਕਰਨਾ ਵੀ ਹੈ ਤੇ ਭਾਈ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ ਉਹਨੂੰ ਬਹੁਤਾ ਉਹ ਨਾ ਕਰੀਏ, ਹੈ ਨਾ। ਕਈ ਵਾਰ ਹੁੰਦਾ ਵੀ ਸਾਡਾ ਅਸੀਂ ਸੇਵਾ ਥੋੜ੍ਹੀ ਮੰਗਣ ਬਹੁਤਾ। ਦੇਖੋ ਕਈ ਵਾਰ ਤਾਂ ਜਿਹਨੇ ਕੋਈ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਆ, ਉਹਨਾਂ ਨੂੰ ਸੋਸ਼ਲ ਸਾਈਟਸ 'ਤੇ ਦੱਸਣਾ, ਇਹ ਕੋਈ ਐਂ ਨਹੀਂ ਹੈਗਾ। ਭਾਵਨਾਵਾਂ ਇੱਥੇ ਜ਼ਰੂਰ ਮੈਟਰ ਕਰਦੀਆਂ ਨੇ, ਜਿਵੇਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਸੇਵਾ ਕਰਦੀਆਂ। ਦੇਖੋ ਉਹ ਜਿਵੇਂ ਵਰਦੇ ਬੰਬਾਂ 'ਚ ਸੇਵਾ ਕਰਦੇ ਆ ਜਾਂ ਕੋਈ ਹੋਰ ਕਿਤੇ ਕਰਦੇ ਆ, ਜੇ ਉਹ ਸੋਸ਼ਲ ਸਾਈਟ 'ਤੇ ਆ ਕੇ ਆਪਦੇ ਕਾਰਜਾਂ ਨੂੰ ਜਾਂ ਸਿੱਖੀ ਦੀ ਚੜ੍ਹਦੀ ਕਲਾ ਨੂੰ ਵਿਖਾਉਂਦੇ, ਉਹ ਇੱਕ ਹੋਰ ਐਂਗਲ ਹੈ। ਹੁਣ ਮੇਰੇ ਵਰਗਾ ਮੈਂ ਕਿਸੇ ਨੂੰ ਨਾ 10 ਕਿਲੋ ਆਟਾ ਦੇ ਕੇ ਤੇ 15 ਥਾਵਾਂ 'ਤੇ ਅਖਬਾਰਾਂ 'ਚ ਫੋਟੋਆਂ ਖਿਚਾ ਦਿੰਦਾ। ਫਿਰ ਇਹ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਹੈ। ਪਰ ਇਹ ਬੇਕਦਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਵੀ ਬੇਕਦਰੀ ਹੋ ਹੀ ਮਤਲਬ ਤਾਂ ਰਹੀ ਹੈ।
ਇਹ ਸਾਡਾ ਪੱਖ ਸਾਨੂੰ ਬਹੁਤ ਸੋਚਣ ਦੀ ਲੋੜ ਹੈਗੀ ਵੀ ਜਿਹੜਾ ਅਸੀਂ ਥੋੜ੍ਹਾ ਜਿਹਾ ਕੰਮ ਕਰਕੇ ਤੇ ਜ਼ਿਆਦਾ ਉਹਦੇ 'ਚ ਆਉਣਾ ਚਾਹੁੰਦੇ ਹਾਂ ਨਾ। ਹੁਣ ਗ੍ਰੰਥੀ ਸਿੰਘ ਨੂੰ ਪਿੰਡ 'ਚ ਉਹਦੀ ਮਦਦ ਕੀਤੀ, ਇਹ ਤਾਂ ਕਿਸੇ ਅਖਬਾਰ 'ਚ ਤਾਂ ਹੁਣ ਆਉਣੀ ਨਹੀਂ, ਨਾ ਹੀ ਪਿੰਡ ਵਾਲਿਆਂ ਦਾ, ਕਿਉਂਕਿ ਉਹ ਜਿਹੜੀ ਸਾਡੀ ਡਿਊਟੀ ਜਿੰਨੀ ਕੁ ਹੈਗੀ ਡਿਊਟੀ ਤੇ ਉਹ ਤਾਂ ਅਸੀਂ ਪਿੰਡ 'ਚ ਹੀ ਕੀਤੀ ਹੈ। ਹੁਣ ਆਪਾਂ ਆਪਣੇ ਗ੍ਰੰਥੀ ਸਿੰਘ ਨੂੰ 10 ਕਿਲੋ ਰਾਸ਼ਨ ਦੇ ਕੇ ਥੋੜ੍ਹੀ ਕਵਾਂਗੇ ਭਾਈ ਪਿੰਡ ਵਾਲਿਆਂ ਨੇ ਬਹੁਤ ਵੱਡੀ ਉਦਮ ਕੀਤਾ ਤੇ ਐਂ ਕੀਤਾ, ਤੇ ਉਹ ਕਹਿਣਗੇ ਭਾਈ ਤੁਸੀਂ ਗੁਰੂ ਘਰ ਦੇ ਵਿੱਚ ਵਜ਼ੀਰ ਲਿਆਂਦੇ ਆ ਤੇ ਜੇ ਤੁਸੀਂ ਲੋੜਾਂ ਨਹੀਂ ਪੂਰੀਆਂ ਕਰਨੀਆਂ ਤਾਂ ਹੋਰ ਕਿਹਨੇ ਕਰਨੀਆਂ। ਉੱਥੇ ਹੁਣ ਕਿਤੇ ਲਾਈਮਲਾਈਟ। ਇੱਕ ਗੱਲ ਹੋਰ ਵੀ ਹੈ, ਜਦੋਂ ਹੁਣ ਵਾਇਰਸ ਆਇਆ ਸੀਗਾ ਤੇ ਆਨੰਦਪੁਰ ਤੋਂ ਆਏ ਹੋਏ ਜਿਹੜੇ ਗ੍ਰੰਥੀ ਸਿੰਘ ਗਏ ਸੀ ਉਹਨਾਂ ਨਾਲ ਬੜੀ ਬੇਕਦਰੀ ਹੋਈ ਹੈ। ਇੱਕ ਮਾਮਲਾ ਜਿਹੜਾ ਮੇਰੇ ਸਾਹਮਣੇ ਵੀ ਆਇਆ ਸੀ, ਪਰ ਕਿਤੇ ਨਾ ਕਿਤੇ ਗ੍ਰੰਥੀ ਸਿੰਘ ਉਹ ਇਸ ਗੱਲ ਤੋਂ ਡਰ ਵੀ ਰਿਹਾ ਸੀ। ਉਹ ਕਹਿੰਦਾ ਸੀਗਾ ਵੀ ਮੇਰਾ ਜਿਹੜਾ ਜੇ ਮੈਂ ਕਿਤੇ ਹੋਰ ਨੌਕਰੀ ਜਾ ਕੇ ਕਰਨੀ ਆ, ਕਿਸੇ ਹੋਰ ਗੁਰਦੁਆਰਾ ਮੈਂ ਤੁਹਾਨੂੰ ਲੱਭੂੰਗਾ, ਇੱਦਾਂ ਹੀ ਉਹਨਾਂ ਕਿਹਾ ਕਿ ਉੱਥੇ ਜਾ ਕੇ ਮੈਂ ਨੌਕਰੀ ਤੱਕ ਹੀ ਕਰਨੀ ਆ, ਤੇ ਕਿਤੇ ਇਹ ਨਾ ਹੋਵੇ ਵੀ ਜਿਹੜੇ ਸਿਆਸੀ ਲੋਕ ਹੁੰਦੇ ਇਹਨਾਂ ਦੀ ਪਹੁੰਚ ਬੜੀ ਦੂਰ ਤੱਕ ਹੁੰਦੀ ਹੈ, ਜਿਹੜਾ ਮੇਰਾ ਕਾਰੋਬਾਰ ਜਿਹੜੇ ਮੇਰੇ ਬੱਚੇ ਪੜ੍ਹਾਉਣੇ ਆ ਜਾਂ ਕਰਨਾ ਉਹ ਮੇਰਾ ਸਾਰਾ ਕੁਝ ਰੁਲ ਜੂਗਾ, ਪਰ ਮੈਂ ਮੀਡੀਆ ਦੇ ਸਾਹਮਣੇ ਨਹੀਂ ਆ ਸਕਦਾ। ਉਹਨੇ ਇਹ ਗੱਲ ਕਹੀ ਆ ਜੇ ਲੋੜ ਪਈ ਤੇ ਮੈਂ ਜ਼ਰੂਰ ਆਊਂਗਾ ਜੇਕਰ ਮੈਨੂੰ ਅੱਗੇ ਵੀ ਪਰੇਸ਼ਾਨੀ ਆਉਂਦੀ ਆ ਤਾਂ। ਪਰ ਉਹਨਾਂ ਦੀ ਜਿਹੜੀ ਬੇਕਦਰੀ ਇਸ ਚੀਜ਼ ਤੋਂ ਹੋ ਗਈ ਕਿ ਆਨੰਦਪੁਰ ਤੋਂ ਆਇਆ ਵੀ ਹੁਣ ਸਾਡੇ ਤਾਂ ਇੱਥੇ ਜਿਹੜੇ ਕਾਰੋਬਾਰ ਰੁਕੇ ਹੋਏ ਨੇ, ਤਨਖਾਹ ਤੈਨੂੰ ਦੇ ਨਹੀਂ ਸਕਦੇ, ਤੇ ਪਿੰਡ ਦੇ ਵਿੱਚੋਂ ਕੋਈ ਸਿੰਘ ਰੱਖਿਆ ਜਿਹੜਾ ਸੰਥਿਆ ਕਰ ਲੈਂਦਾ ਸੀਗਾ, ਦੋ ਟਾਈਮ ਦਾ ਨਿਤਨੇਮ ਕਰ ਲੈਂਦਾ ਸੀ, ਕਿਉਂਕਿ ਹੁਣ ਪਾਠ ਤਾਂ ਰਹਿ ਨਹੀਂ ਗਏ। ਜੇਕਰ ਅਖੰਡ ਪਾਠ ਦੀ ਗੱਲ ਕਰੀਏ, ਸਹਿਜ ਪਾਠ ਜਿਹੜੇ ਘਰਾਂ 'ਚ ਚੱਲਦੇ ਸੀ ਉਹ ਬੰਦ ਤੱਕ ਹੋ ਗਏ। ਉਹ ਕਹਿੰਦੇ ਵੀ ਹੁਣ ਤੈਨੂੰ ਤਨਖਾਹ ਕਾਹਦੀ ਦੇਈਏ। ਦੇਖੋ ਦੁੱਖ ਦਾ ਹੀ ਹੈ। ਮੈਂ ਤਾਂ ਬਸ ਇਹੀ ਗੱਲ ਕਹੂੰਗਾ ਕਿ ਆਪਾਂ ਸੋਚ ਕੇ ਵੇਖੀਏ ਵੀ ਆਪਾਂ ਕੀ ਗੱਲ ਡਿਸਕਸ਼ਨ ਕਰ ਰਹੇ ਹਾਂ। ਮਤਲਬ ਉਹ ਕੌਮ ਜਿਹੜੀ ਸਰਬੱਤ ਲਈ ਇਹ ਕਹਿੰਦੀ ਹੈ ਵੀ ਅਸੀਂ ਆਹ ਕੁਛ ਕਰ ਦਿਆਂਗੇ, ਆਹ ਕੁਛ ਕਰ ਦਿਆਂਗੇ, ਕਿ ਉਹ ਆਪਣਾ ਇੱਕ ਫੰਡ ਨਹੀਂ ਜਨਰੇਟ ਕਰ ਪਾ ਰਹੀ। ਵੀ ਜਿਹੜੇ ਸਾਡੇ ਗ੍ਰੰਥੀ ਸਿੰਘ ਹੈਗੇ ਆ, 1 ਮਹੀਨਾ ਹੋਇਆ ਇਹ ਮੁਸੀਬਤ ਹੋਈ ਨੂੰ, 1 ਮਹੀਨੇ ਦੇ ਵਿੱਚ ਜੇਕਰ ਗੁਰੂ ਘਰ ਦੇ ਵਜ਼ੀਰ ਨੂੰ ਉਹ ਗੁਰੂ ਘਰ ਤੋਂ ਧੱਕਾ ਦੇਣ ਵਾਲੀ ਗੱਲ ਹੀ ਕਵਾਂਗੇ। ਜੇ ਧੱਕਾ ਦਿੰਦੇ ਆ ਤੇ ਮੈਨੂੰ ਲੱਗਦਾ ਵੀ ਇਦੋਂ ਵੱਡੀ ਕੋਈ ਲਾਹਨਤ ਹੀ ਨਹੀਂ ਗੀ। ਹਾਂ, ਲੋੜਾਂ ਨਾ ਪੂਰੀਆਂ ਹੋਣੀਆਂ ਜੀ, ਇਹ ਦੁੱਖਦਾ ਹੀ ਹੈ। ਬਸ ਮੈਂ ਤਾਂ ਇਹ ਗੱਲ ਕਹੂੰਗਾ ਵੀ ਬਹੁਤ ਦੁਖਦਾਈ ਗੱਲ ਹੈ ਵੀ ਜੇ ਇੰਨੇ ਸਮੇਂ ਤੋਂ ਕੋਈ ਸਾਡੇ ਨਾਲ ਜੁੜਿਆ, ਪਿੰਡ ਦੇ ਵਿੱਚ ਜੁੜਿਆ ਜਾਂ ਕਿਸੇ ਵੱਡੇ ਸਥਾਨ 'ਤੇ ਸੇਵਾ ਕਾਰਜ ਕਿਤੇ ਵੀ ਉਹ ਕਰ ਰਿਹਾ, ਤੇ ਜੇ ਅਸੀਂ ਉਹਨਾਂ ਦੀਆਂ 1 ਮਹੀਨੇ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਬਹੁਤ ਕੁਝ ਸੋਚਣ ਦੀ ਲੋੜ ਹੈਗੀ। ਫਿਰ ਬਹੁਤੀਆਂ ਵੱਡੀਆਂ ਗੱਲਾਂ ਕਰਨ ਦੇ ਨਾਲੋਂ ਨਾ ਸਾਨੂੰ ਹੋਰ ਪੱਖਾਂ 'ਤੇ ਸੋਚਣ ਦੀ ਲੋੜ ਹੈਗੀ ਹੈ। ਬਹੁਤੀਆਂ ਵੱਡੀਆਂ ਨਾ, ਕਹਿੰਦਾ ਨਾ ਬੰਦਾ ਵੱਡਾ ਉਦੋਂ ਨਹੀਂ ਹੁੰਦਾ ਜਦੋਂ ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ। ਬੰਦਾ ਵੱਡਾ ਉਦੋਂ ਹੁੰਦਾ ਜਦੋਂ ਛੋਟੀਆਂ ਗੱਲਾਂ ਨੂੰ ਸਮਝਣਾ ਸ਼ੁਰੂ ਕਰਦੇ। ਹੱਲ ਕੀ ਆ ਹੁਣ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹਨਾਂ ਦਾ ਹੱਲ ਕੀ ਕੱਢੇਗੀ, ਕਿੱਦਾਂ ਦੇ ਉਪਰਾਲੇ ਕਰੇਗੀ, ਜਾਂ ਕਿੱਦਾਂ ਦਾ ਪਲੇਟਫਾਰਮ ਇਹਨਾਂ ਲਈ ਤਿਆਰ ਹੋਵੇਗਾ ਜਿੰਦੇ ਗੁਰੂ ਘਰ ਦੇ ਵਜ਼ੀਰਾਂ ਨੂੰ ਪ੍ਰੋਬਲਮ ਹੀ ਨਾ ਆਵੇ। ਦੇਖੋ ਆਪਾਂ ਤਾਂ ਹੁਣ ਕੋਸ਼ਿਸ਼ ਇਹੀ ਹੈ ਨਾ ਵੀ ਇੱਕ ਉਦਮ ਕਰਨ ਦੀ ਲੋੜ ਹੁੰਦੀ ਹੈ ਜੀ। ਸਾਡੇ ਕੋਲੇ ਜਿੰਨੇ ਕੁ ਸਾਧਨ ਜਿਸ ਵੀ ਤਰ੍ਹਾਂ ਦੇ ਹੈਗੇ ਆ, ਮੈਂ ਫੇਰ ਰਿਪੀਟ ਕਰਦਿਆਂ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਹੈ। ਇਹ ਮਤਲਬ ਅਸੀਂ ਸਾਨੂੰ ਇਹ ਨਹੀਂ ਗਾ ਵੀ ਕਿਤੋਂ ਏਡ ਹੈ ਜਾਂ ਕੋਈ ਫੰਡ ਹੈ। ਸੰਗਤ ਦੇ ਦਸਵੰਧ ਨਾਲ, ਗੁਰਬਾਣੀ ਦੀ ਓਟ ਬਖਸ਼ਿਸ਼ ਨਾਲ ਅਸੀਂ ਆਪਣਾ ਜਿੰਨੀ ਸਾਡੀ ਇਨਕਮ ਹੈਗੀ ਉਹਦਾ ਦਸਵੰਧ ਕੱਢਦੇ ਹਾਂ। ਮਤਲਬ ਇਹ ਸਾਰੇ ਆਪਦੇ ਦਸਵੰਧ ਦੇ ਸਿਰ 'ਤੇ ਜਿੰਨੇ ਸਾਡੇ ਕੋਲ ਸਾਧਨ ਹੋਏ ਤੇ ਜੋ ਅਸੀਂ ਬੈਸਟ ਕਰ ਸਕਦੇ ਹੋਏ, ਠੀਕ ਹੈ ਜੀ। ਦੇਖੋ ਲੋੜਾਂ ਹੁਣ ਅਸੀਂ ਜੇ ਐਂ ਕਹਾਂਗੇ ਵੀ ਅਸੀਂ ਜੀ ਸਾਰਿਆਂ ਨੂੰ ਉਹਨਾਂ ਦੇ ਉਹ ਕਰ ਦਿਆਂਗੇ, ਉਹਨਾਂ ਦੇ ਬੱਚੇ ਸਾਰੇ ਉਹਨਾਂ ਦੀਆਂ ਫੀਸਾਂ ਭਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਦੇਖੋ ਇੰਨੇ ਸਾਧਨ ਤਾਂ ਆਪਾਂ ਕੱਲ੍ਹ ਨੂੰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਜੇ ਇਹ ਸਾਧਨ ਆ ਕਿਤੇ ਇਹ ਵੀ ਹੋ ਜਾਣਗੇ। ਪਰ ਇੱਕ ਵਾਰੀ ਜਿੰਨੇ ਸਾਡੇ ਕੋਲ ਸੀਮਤ ਸਾਧਨ ਹੈਗੇ ਆ ਉਹਨਾਂ ਮੁਤਾਬਕ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ, ਕਿਸੇ ਨੂੰ ਮੈਡੀਸਿਨ ਦੀ ਲੋੜ ਹੈ ਜਾਂ ਕਿਸੇ ਕਿਸਮ ਦੀ ਕੋਈ ਹੋਰ ਲੋੜ ਹੈ ਨਾ ਜੀ, ਤੇ ਉਹਨਾਂ ਲੋੜਾਂ ਦੇ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹਾਜ਼ਰ ਹੈ ਜੀ। ਮਤਲਬ ਜੋ ਕੁਛ ਉਹ ਤੁਹਾਡੇ ਨਾਲ ਸੰਪਰਕ ਕਰਦੇ ਆ, ਜੇਕਰ ਤੁਸੀਂ ਉਹਦਾ ਹੱਲ ਕਰਦੇ ਹੋਏ ਤੇ ਹੱਲ ਜ਼ਰੂਰ ਕੀਤਾ ਜਾਵੇਗਾ। ਜਿਵੇਂ ਕੋਈ ਕਿਸੇ ਦੇ ਕਈ ਰਾਸ਼ਨ ਨਹੀਂ ਹੈਗਾ ਗਾ, ਜਾਂ ਜਿਵੇਂ ਗੁਰੂ ਘਰ ਦਾ ਵਜ਼ੀਰ ਆ ਉਹਨੂੰ ਗੁਰੂ ਘਰ ਤੋਂ ਔਰ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਹ ਚੀਜ਼ ਨੂੰ ਮੈਂ ਇੱਕ ਹੋਰ ਬੇਨਤੀ ਕਰਦਾ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਅਸੀਂ ਇਹ ਕਿਤੇ ਵੀ ਉਹਨਾਂ ਨੂੰ ਉਹਦੇ 'ਚ ਨਹੀਂ ਲੈ ਕੇ ਆਵਾਂਗੇ ਵੀ ਪੇਪਰ 'ਚ ਲੈ ਕੇ ਆਵਾਂਗੇ ਜਾਂ ਕਿਤੇ ਸੋਸ਼ਲ ਸਾਈਟ 'ਤੇ ਉਹਨਾਂ ਦੀ ਫੋਟੋ ਖਿੱਚ ਕੇ ਪਾਵਾਂਗੇ, ਆਈ ਨਹੀਂ ਹੋਊਗਾ। ਤਾਂ ਮੈਂ ਇਹ ਬੇਨਤੀ ਕਰਦਾ ਵੀ ਕਈ ਵਾਰ ਨਾ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਮੰਗਣਾ ਨਹੀਂ ਸਿਖਾਇਆ, ਪਰ ਮੈਂ ਫੇਰ ਕਹਿੰਦਾ ਵੀ ਨਾ ਅਸੀਂ ਇਹ ਇਸ ਕਰਕੇ ਸ਼ੁਰੂ ਕੀਤਾ ਵੀ ਕਿਉਂਕਿ ਸਾਡੇ ਗੁਰੂ ਸਾਨੂੰ ਸਿਖਾਉਂਦਾ ਵੀ ਅਸੀਂ ਮੰਗਣਾ ਨਹੀਂ ਗਾ, ਹੈ ਨਾ। ਜਿਵੇਂ ਆਪਾਂ ਕਹਿੰਦੇ ਵੀ ਗੁਰਪੀਰ ਸਦਾਈ ਮੰਗਣ ਜਾਏ ਵਾਲੀ ਗੱਲ, ਉਹ ਤਾਂ ਬੇਸ਼ੱਕ ਉਹ ਜਿਹੜੇ ਆਪਦੇ ਆਪ ਨੂੰ ਧਾਰਮਿਕ ਲੋਕ ਆਉਂਦੇ ਉਹੀ, ਕਿਉਂਕਿ ਸਾਡਾ ਗੁਰੂ ਸਾਨੂੰ ਕਿਰਤ ਕਰਨ ਦੀ ਜਾਚ ਸਿਖਾਉਂਦਾ, ਪਰ ਸਾਡੇ ਗੁਰੂ ਸਾਨੂੰ ਸੰਭਾਲ ਕਰਨ ਦੀ ਜਾਚ ਵੀ ਸਿਖਾਉਂਦਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਜਿਹੜੇ ਉਹਨਾਂ ਵੀਰਾਂ ਦੀ ਕਿਰਤ ਗੁਰੂ ਘਰ ਦੇ ਨਾਲ ਜੁੜੀ ਹੋਈ ਆ, ਔਰ ਜਿਨ੍ਹਾਂ ਦੀ ਕਿਰਤ ਉਸ ਨਾਲ ਜੁੜੀ ਹੋਵੇ ਲੋੜਾਂ ਪੂਰੀਆਂ ਕਰ ਸਕਦੇ ਆ। ਮੈਂ ਨਹੀਂ ਕਹਿੰਦਾ ਵੀ ਗ੍ਰੰਥੀ ਸਿੰਘ ਐਸ਼ ਕਰਨ, ਠੀਕ ਹੈ, ਪਰ ਉਹਨਾਂ ਦੀਆਂ ਲੋੜਾਂ ਤਾਂ ਪੂਰੀਆਂ ਹੋਣ ਨਾ। ਤਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਉਦਮ ਕੀਤਾ ਹੈ ਵੀ ਅਸੀਂ ਜਿਹੜਾ ਕੋਈ ਸਾਡੇ ਨਾਲ ਵੀਰ ਭੈਣ ਸੰਪਰਕ ਕਰੂਗਾ ਤੇ ਮੈਂ ਉਹਨਾਂ ਨੂੰ ਨੰਬਰ ਵੀ ਅਸੀਂ ਆਪਣੇ ਏਰੀਏ ਦੇ ਦੱਸ ਦਿੰਦੇ ਹਾਂ, ਅਤੇ ਬਾਅਦ ਵਿੱਚ ਜੇ ਕਿਤੇ ਹੋਰ ਵੀ ਹੈਗੇ ਆ ਅਤੇ ਜਿੱਥੇ ਸਾਡਾ ਜਿੰਨਾ ਕੁ ਸੰਪਰਕ ਹੈਗਾ ਤਾਂ ਅਸੀਂ ਜਿੰਨੀਆਂ ਕੁ ਲੋੜਾਂ ਪੂਰੀਆਂ ਕਰ ਸਕਦੇ ਹੋਏ ਉਹ ਮੈਂ ਕਰ ਦਿੰਦਾ। ਮੈਂ ਜ਼ਰੂਰ ਆਪ ਜੀ ਨੂੰ ਨੰਬਰ, ਸਾਡੇ ਵੀਰ ਹੈਗੇ ਆ ਕੋਟਕਪੂਰੇ ਦੇ ਵੀਰ ਹਰਪ੍ਰੀਤ ਸਿੰਘ ਜੀ, ਅਤੇ ਉਹਨਾਂ ਦਾ ਮੈਂ, ਉਹ ਗੁਰੂ ਨਾਨਕ ਮੋਦੀ ਖੰਨਾ ਦੇ ਸਾਡੇ ਜਿਹੜੇ ਇੰਚਾਰਜ ਵੀਰ ਵੀ ਨੇ, ਅਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ। 81 469 066 33 81
46906633 ਇਹ ਸਾਡੇ ਜਿਹੜਾ ਗੁਰੂ ਨਾਨਕ ਮੋਦੀਖਾਨਾ ਕੋਟਕਪੂਰਾ ਬਿਲਕੁਲ, ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਏ ਤਾਂ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਕਿਵੇਂ ਸੰਪਰਕ ਕਰ ਸਕਦੇ ਨੇ? ਇਹ ਇਹਨਾਂ ਦੇ ਕੋਟਕਪੂਰਾ ਤੋਂ ਇੱਕ ਸੇਵਾਦਾਰ ਜਿਹੜੇ ਮੁੱਖ ਹੈਗੇ ਨੇ ਹਰਪ੍ਰੀਤ ਸਿੰਘ, ਉਹਨਾਂ ਦਾ ਜਿਹੜਾ ਸੰਪਰਕ ਹੈਗਾ, ਉਹਨਾਂ ਨਾਲ ਸੰਪਰਕ ਕਰਕੇ ਵੱਖ-ਵੱਖ ਹਲਕੇ ਜਿਵੇਂ ਕਿਤੇ ਵੀ ਇਹਨਾਂ ਦੇ ਸੈਂਟਰ ਹੈਗੇ ਉਹ ਆਪੇ ਤੁਹਾਨੂੰ ਉਸ ਚੀਜ਼ ਦਾ ਰਾਹ ਦੱਸ ਦੇਣਗੇ, ਜਾਂ ਤੁਸੀਂ ਸਮੱਸਿਆਵਾਂ ਦਾ ਉਹਨੂੰ ਦੱਸੋਗੇ। ਜੇ ਹੱਲ ਨਿਕਲਦਾ ਹੋਇਆ ਤਾਂ ਉਹ ਗ੍ਰੰਥੀ ਸਿੰਘਾਂ ਦਾ ਜਿਹੜਾ ਹੱਲ ਜ਼ਰੂਰ ਕਰਨਗੇ। ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗ੍ਰੰਥੀ ਸਿੰਘਾਂ ਨੂੰ ਪ੍ਰੋਬਲਮਾਂ ਆ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ ਨੇ, ਜਿਵੇਂ ਬੇਕਦਰੀ ਕਹਿ ਲਓ ਗੱਲ ਵੀ ਇੱਕ ਗ੍ਰੰਥੀ ਸਿੰਘ ਨਾਲ ਜ਼ਿਆਦਾਤਰ ਬੇਕਦਰੀ ਹੋ ਰਹੀ ਹੈ। ਬੇਕਦਰੀ ਕਰਨ ਦੀ ਬਜਾਏ ਜੇਕਰ ਉਸ ਦਾ ਆਦਰ ਮਾਣ ਸਤਿਕਾਰ ਕੀਤਾ ਜਾਵੇ ਤੇ ਮੈਨੂੰ ਲੱਗਦਾ ਜਿਹੜੀ ਸਿੱਖੀ ਦੀ ਉਹ ਚੜ੍ਹਦੀ ਕਲਾ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਜਦੋਂ ਅਸੀਂ ਗੁਰੂ ਘਰ ਦੇ ਵਜ਼ੀਰ ਦਾ ਨਿਰਾਦਰ ਕਰਨ ਲੱਗ ਪੈਂਦੇ ਹਾਂ ਤੇ ਫਿਰ ਕਿੱਥੋਂ ਆਸ ਕਰਾਂਗੇ ਉਹਨਾਂ ਲੋਕਾਂ ਤੋਂ ਜਿਹੜੇ ਸਾਡੇ ਨਾਲ ਜੁੜਨਗੇ? ਫਿਰ ਤਾਂ ਡੇਰਾਵਾਦ ਪ੍ਰਮੋਟ ਹੋਣਾ ਹੀ ਹੈ। ਇੱਥੇ ਇਹ ਵੀ ਗੱਲ ਦੱਸਣੀ ਬਣਦੀ ਹੈ, ਜਿਵੇਂ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ ਸੀ, ਜੇਕਰ ਇਹ ਹੀ ਗੁਰੂ ਘਰ ਦੇ ਵਜ਼ੀਰਾਂ ਦੇ ਹੱਕ ਦੇ ਵਿੱਚ ਵੀ ਇੱਕ ਹਾਂ ਦਾ ਨਾਅਰਾ ਮਾਰਿਆ ਹੁੰਦਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਵੱਡੇ ਪਲੇਟਫਾਰਮ 'ਤੇ ਵਾਲਾ ਧਰਨੇ ਨਹੀਂ ਲੱਗਣੇ ਸੀਗੇ। ਸਮੱਸਿਆਵਾਂ ਦਾ ਹੱਲ ਪਿੰਡਾਂ ਦੇ ਵਿੱਚ ਹੋਣਾ ਸੀ। ਗੁਰੂ ਘਰਾਂ ਦੇ ਵਜ਼ੀਰਾਂ ਨੇ ਸਿੱਖੀ ਨਾਲ ਜੋੜਨ ਲਈ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਣੀ ਸੀ। ਇਸ ਕਰਕੇ ਸਾਡੇ ਸ਼੍ਰੋਮਣੀ ਕਮੇਟੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਬਾਰੇ ਵੀ ਜ਼ਰੂਰ ਸੋਚਿਆ ਜਾਵੇ, ਜਿਹੜੇ ਮੰਗ ਵੀ ਨਹੀਂ ਸਕਦੇ ਤੇ ਢਿੱਡੋਂ ਵੀ ਭੁੱਖੇ ਨੇ ਅੱਜ, ਖਾਸ ਕਰਕੇ ਇਸ ਹਾਲਾਤਾਂ ਦੇ ਵਿੱਚ ਜਿਹੜਾ ਹੁਣ ਵਾਇਰਸ ਚੱਲਦਾ ਪਿਆ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।